1985 ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਡਿਗਰੀ ਕਰਨ ਮਗਰੋਂ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਕੀਤੀ। 1986 ਦੇ ਲਾਗੇ ਅਸੀਂ ਪਹਿਲੀ ਵਾਰੀ ਕੰਪਿਊਟਰ ਸ਼ਬਦ ਸੁਣਿਆ ਜਦੋਂ ਕਾਲਜ ਆਫ ਐਗਰੀਕਲਚਰਲ ਇੰਜੀਨੀਅਰਿੰਗ ਵਾਲਿਆਂ ਨੇ ਉੱਥੇ ਕੰਪਿਊਟਰ ਡਿਪਾਰਟਮੈਂਟ ਐਸਟੈਬਲਿਸ਼ ਕੀਤਾ ਤੇ ਕੰਪਿਊਟਰ ਲਿਆਂਦੇ। ਪਰ ਮੈਂ ਉੱਥੇ ਕੰਪਿਊਟਰ ਦੇਖਿਆ ਨਹੀਂ ਕਦੇ ਵੀ, ਕਿਉਂਕਿ ਇਹ ਕਹਿੰਦੇ ਸਨ ਵੀ ਉੱਥੇ ਜੁੱਤੀਆਂ ਲਾ ਕੇ ਜਾਣਾ ਪੈਂਦਾ, ਇੱਕ ਜਿਵੇਂ ਕੋਈ ਧਰਮ ਸਥਾਨ ਹੁੰਦਾ। ਬਹੁਤ ਸਿਲੈਕਟਿਵ ਲੋਕਾਂ ਨੂੰ ਉਹਦੀ ਅਪਰੋਚ ਸੀ, ਉਹ ਮਿੱਟੀ ਘੱਟੇ ਤੋਂ ਡਰਦੇ ਸਨ। ਜਦੋਂ ਮੈਂ ਕੰਪਿਊਟਰ ਬਾਰੇ ਉਹਨਾਂ ਲੋਕਾਂ ਨੂੰ ਪੁੱਛਿਆ ਜਿਹੜੇ ਕੰਪਿਊਟਰ ਵਰਤਦੇ ਸਨ, ਤਾਂ ਉਹਨਾਂ ਨੇ ਜਿਹੜੀ ਭਾਸ਼ਾ ਵਰਤੀ, ਜਿਵੇਂ ਡਾਟਾ, ਫਲੋਪੀ ਡਿਸਕ, ਵਿੰਡੋਜ਼, ਇਹ ਸਾਰੇ ਸ਼ਬਦ ਸਾਡੇ ਲਈ ਨਵੇਂ ਤੇ ਬਹੁਤ ਉੱਪਰੇ ਤੇ ਡਰਾਉਣ ਵਾਲੇ ਜਿਹੇ ਸ਼ਬਦ ਸਨ। ਸਾਨੂੰ ਆਪਣੇ ਕੰਮ ਲਈ ਲੋੜ ਨਹੀਂ ਸੀ ਪੈਂਦੀ, ਅਸੀਂ ਕਦੇ ਗਏ ਨਹੀਂ। 1991 ਵਿੱਚ ਜਦੋਂ ਮੈਂ ਡਿਗਰੀ ਕਰਨ ਇੱਥੇ ਓਨਟੇਰੀਓ ਦੇ ਵੈਟਰਨਰੀ ਕਾਲਜ ਵਿੱਚ ਆਇਆ, ਤਾਂ ਇੱਥੇ ਤਾਂ ਹਰੇਕ ਡਿਪਾਰਟਮੈਂਟ 'ਚ ਕੰਪਿਊਟਰ ਸਨ। ਸਾਰੀਆਂ ਅਸਾਈਨਮੈਂਟ ਕੰਪਿਊਟਰ ਉੱਤੇ ਹੀ ਟਾਈਪ ਕਰਨੀਆਂ ਪੈਂਦੀਆਂ ਸਨ ਤੇ ਮੈਨੂੰ ਕੰਪਿਊਟਰ ਦਾ ਕੁਛ ਨਹੀਂ ਸੀ ਆਉਂਦਾ। ਮੈਂ ਜਦੋਂ ਉਹਦੇ ਪ੍ਰੋਗਰਾਮ ਸਿੱਖਣ ਗਿਆ, ਵਰਡ, ਐਕਸੈਲ, ਤੇ ਉੱਥੇ ਜਾ ਕੇ ਮੈਨੂੰ ਪਹਿਲੀ ਵਾਰੀ ਰਿਲਾਈਜ਼ ਹੋਇਆ ਕਿ ਮੈਨੂੰ ABC ਵੀ ਨਹੀਂ ਪਤਾ ਤੇ ਮੈਨੂੰ ਮੁੱਢ ਤੋਂ ਹੀ ਕੰਪਿਊਟਰ ਬਾਰੇ ਪਤਾ ਕਰਨਾ ਪੈਣਾ। ਡਿਜੀਟਲ ਸ਼ਬਦ ਮੈਂ ਪਹਿਲੀ ਵਾਰ 1995 ਦੇ ਲਾਗੇ ਸੁਣਿਆ। ਡਿਜੀਟਲ ਕਨਸੈਪਟ ਹੈ, ਕੰਪਿਊਟਰ ਇੱਕ ਤਰ੍ਹਾਂ ਨਾਲ ਉਸ ਕਨਸੈਪਟ ਦੇ ਵਿੱਚੋਂ ਉਪਜਿਆ ਹੋਇਆ ਯੰਤਰ ਹੈ ਜਾਂ ਮਸ਼ੀਨ ਹੈ। ਹੁਣ ਉਸ ਤੋਂ ਬਾਅਦ ਕੰਪਿਊਟਰ ਹੁਣ ਇੰਨਾ ਆਮ ਹੋ ਗਿਆ ਕਿ ਮੇਰਾ ਹੌਲੀ ਹੌਲੀ ਹੱਥ ਨਾਲ ਲਿਖਣਾ ਹੁਣ ਛੁੱਟ ਗਿਆ। ਮੈਂ ਹੁਣ ਲਿਖਾਂ ਵੀ ਤਾਂ ਕੰਪਿਊਟਰ ਉੱਤੇ ਹੀ ਲਿਖਦਾ। ਕੰਪਿਊਟਰ ਮੈਨੂੰ ਸਾਇੰਸ ਦੀ ਚੀਜ਼ ਲੱਗਦਾ ਸੀ ਤੇ ਸਾਇੰਟੀਫਿਕ ਕੰਮ ਵਾਸਤੇ ਹੀ ਬਣਿਆ ਲੱਗਦਾ ਸੀ। ਕੰਪਿਊਟਰ ਦੀ ਭਾਸ਼ਾ ਅੰਗਰੇਜ਼ੀ ਹੈ, ਜਿਹਦੇ ਵਿੱਚ ਅਸੀਂ ਇਹਨੂੰ ਵਰਤਿਆ ਜਾਂ ਸਿੱਖਿਆ ਹੈ। ਕੀਬੋਰਡ ਅੰਗਰੇਜ਼ੀ ਵਿੱਚ ਸੀ। ਅੰਗਰੇਜ਼ੀ ਵਿੱਚ ਮੈਂ ਲਿਖਦਾ ਨਹੀਂ ਸੀ, ਇਸ ਲਈ ਮੈਨੂੰ ਇਹ ਕਦੇ ਖਿਆਲ ਵੀ ਨਹੀਂ ਆਇਆ। ਮੈਂ ਵੈਸੇ ਵੀ ਜਿਹਨੂੰ ਕਿ ਲਿਖਣ ਨੂੰ ਸੀਰੀਅਸਲੀ ਲਿਆ ਸੀ ਤਾਂ 1998-99 ਦੇ ਲਾਗੇ ਆ ਗਿਆ ਸੀ। ਮੈਂ ਡਾਇਰੀ ਲਿਖਦਾ ਸੀ, ਹੱਥ ਨਾਲ ਹੀ ਲਿਖਦਾ ਰਿਹਾ। ਪਿਛਲੇ 4-5 ਸਾਲਾਂ ਵਿੱਚ ਹੀ ਜਾ ਕੇ ਹੁਣ ਮੈਂ ਜੋ ਲਿਖਣਾ ਹੋਵੇ ਕੰਪਿਊਟਰ ਤੇ ਲਿਖਦਾ। ਇਹ ਉਦੋਂ ਸੰਭਵ ਹੋਇਆ ਜਦੋਂ ਸਾਡੇ ਕੋਲ ਪੰਜਾਬੀ ਦੀਆਂ ਫੌਂਟਸ ਆਈਆਂ। ਉਸ ਤੋਂ ਬਾਅਦ ਫਿਰ ਵੀ ਸਿਰਫ ਲਿਖਣਾ ਹੀ ਸੀਮਤ ਸੀ ਕੰਪਿਊਟਰ ਤੇ, ਲੇਕਿਨ ਜਿਹੜੀ ਕੋਈ ਰਾਬਤਾ ਕਰਨਾ, ਕਮਿਊਨੀਕੇਸ਼ਨ ਹੈ, ਉਹ ਕੰਪਿਊਟਰ ਦੇ ਰਾਹੀਂ ਨਹੀਂ ਹੁੰਦੀ ਸੀ, ਕਿਉਂਕਿ ਸਾਡੇ ਕੋਲ ਯੂਨੀਕੋਡ ਫੌਂਟ ਅਜੇ ਨਹੀਂ ਆਈ ਸੀ। ਹੁਣ ਯੂਨੀਕੋਡ ਫੌਂਟ ਦੇ ਆਉਣ ਨਾਲ ਇਹ ਹੋ ਗਿਆ ਕਿ ਮੇਰੀ ਇਹ ਪ੍ਰੈਫਰੈਂਸ ਹੁੰਦੀ ਹੈ, ਮੈਂ ਤਰਜੀਹ ਦਿੰਦਾ ਬਈ ਮੈਂ ਈਮੇਲ ਜੇ ਲਿਖ ਸਕਦਾ ਪੰਜਾਬੀ 'ਚ ਤਾਂ ਉਹਦੇ 'ਚ ਲਿਖਾਂ। ਮੈਂ ਆਪਣੀਆਂ ਫਾਈਲਾਂ ਦੇ ਨਾਮ ਵੀ ਪੰਜਾਬੀ ਦੇ ਵਿੱਚ ਹੀ ਕੰਪਿਊਟਰ 'ਤੇ ਨੋਟ ਕਰਾਂ। ਮੈਂ ਜਿੰਨਾ ਵੱਧ ਤੋਂ ਵੱਧ ਕੰਪਿਊਟਰ ਦੇ ਉੱਤੇ ਪੰਜਾਬੀ ਦੇ ਵਿੱਚ ਸਾਰਾ ਕੁਛ ਕਰ ਸਕਦਾ, ਜਿੱਥੇ ਜਿੱਥੇ ਸੰਭਵ ਹੈ ਮੈਂ ਉਹ ਸਾਰਾ ਕਰਦਾ। ਬੜਾ ਚਿਰ ਭੰਬਲ ਭੂਸਾ ਪਿਆ ਰਿਹਾ ਵੀ ਕਿਹੜੀ ਫੌਂਟ ਕਿੰਨੇ ਵਰਤਣੀ ਹੈ। ਅਖਬਾਰਾਂ ਵਾਲੇ ਸਤਲੁਜ ਵਰਤਦੇ ਨੇ। ਮੈਂ ਜਦੋਂ ਪਹਿਲੀ ਕਿਤਾਬ ਛਾਪੀ ਤਾਂ ਸਤਲੁਜ, ਅੰਮ੍ਰਿਤ, ਸਮਤੁਲ ਅੰਮ੍ਰਿਤ ਲਾਈਟ ਦੀ ਫੌਂਟ ਵਰਤੀ। ਉਹ ਸਮਤੁਲ ਪਰਿਵਾਰ ਦੀਆਂ ਫੌਂਟ ਸੀ। ਸੋ ਜਿਨ੍ਹਾਂ ਤੋਂ ਕਿਰਪਾਲ ਸਿੰਘ ਪੰਨੂ ਹੋਰਾਂ ਤੋਂ ਜਦੋਂ ਮੈਂ ਕਾਂਟੈਕਟ ਕੀਤਾ, ਉਹਨਾਂ ਤੋਂ ਫੌਂਟਸ ਲਈਆਂ ਤਾਂ ਉਹਨਾਂ ਨੇ ਸਮਤੁਲ ਫੈਮਿਲੀ ਦੀਆਂ ਫੌਂਟਸ ਦਿੱਤੀਆਂ। ਹੁਣ ਗੁਰਮੁਖੀ ਫੌਂਟ ਦੇ ਵਿੱਚ ਬਹੁਤ ਸਾਰੇ ਲੋਕ ਲਿਖਦੇ ਨੇ। ਪਿਛਲੇ 6-7 ਸਾਲ ਤੋਂ ਮੈਂ ਐਪਲ ਯੂਜ਼ ਕਰਦਾ ਹਾਂ। ਐਪਲ ਉੱਤੇ ਸਮਤੁਲ ਦੀ ਫੌਂਟ ਦਾ ਕੀਬੋਰਡ ਲੋਡ ਨਹੀਂ ਹੁੰਦਾ। ਉਹ ਉਹਨਾਂ ਨੇ ਗੁਰਮੁਖੀ ਫੌਂਟ ਵਾਲਾ ਕੀਬੋਰਡ ਪਾਇਆ ਹੋਇਆ। ਮੈਨੂੰ ਵਰਤਣਾ ਔਖਾ ਲੱਗਦਾ। ਸੋ ਵਿੰਡੋ ਵਾਲਿਆਂ ਨੇ ਹੁਣ ਜਦੋਂ ਯੂਨੀਕੋਡ ਫੌਂਟ ਕਰ ਦਿੱਤੀ ਹੈ, ਐਮਬੈਡ ਕਰ ਦਿੱਤੀ ਹੈ, ਤਾਂ ਵਿੰਡੋ ਤੇ ਤਾਂ ਉਹਨੂੰ ਵਰਤਣਾ ਸੌਖਾ ਹੋ ਗਿਆ। ਪਰ ਹੁਣ ਉਹੀ ਮਸਲਾ ਫਿਰ ਐਪਲ ਦੇ ਉੱਤੇ ਜਾ ਕੇ ਤੁਸੀਂ ਕੀ ਕਰੋ? ਐਪਲ ਵਾਲਿਆਂ ਨੇ ਕੁਛ ਬਣਾਇਆ ਹੀ ਨਹੀਂ ਇਹੋ ਜਿਹਾ ਯੂਨੀਕੋਡ ਫੌਂਟ ਦਾ। ਸੋ ਇਹ ਜਿਹੜਾ ਵੱਖੋ ਵੱਖਰੀਆਂ ਫੌਂਟਸ ਦਾ ਮਾਮਲਾ ਹੈ, ਉਹ ਇੱਕ ਭੰਬਲ ਭੂਸਾ। ਦੂਜਾ, ਯੂਨੀਕੋਡ ਫੌਂਟ ਜਦੋਂ ਆ ਵੀ ਗਈ ਤਾਂ ਮੈਨੂੰ ਫੌਂਟ ਬੜੀ ਖੂਬਸੂਰਤ ਨਹੀਂ ਲੱਗਦੀ। ਉਹਦੇ 'ਚ ਕਈ ਅੱਖਰ ਪਾਉਣੇ ਔਖੇ ਲੱਗਦੇ ਨੇ। ਸੋ ਇੱਕ ਜਿਹੜੀ ਕੋਈ ਯੂਨੀਫਾਰਮਲੀ ਅਸੀਂ ਇੱਕ ਜਾਂ ਦੋ ਫੌਂਟਸ ਨੂੰ ਮੰਨ ਲਈਏ, ਡਿਵੈਲਪ ਕਰ ਲਈਏ, ਜਿਹੜੀਆਂ ਖੂਬਸੂਰਤ ਹੋਣ ਤੇ ਹਰ ਥਾਂ ਉਹੀ ਵਰਤੀ ਜਾ ਸਕੇ, ਉਹਦੇ ਨਾਲ ਕੰਮ ਬਹੁਤ ਸੌਖਾ ਹੋ ਜਾਏਗਾ। ਕਿਤਾਬ ਦੀ ਜਿਹੜੀ ਹੁਣ ਰਚਨਾ ਹੈ, ਉਹ ਜਿਹੜੀ ਜਿਸ
ਹਾਲਤ ਵਿੱਚ ਉਹ ਤਿਆਰ ਹੋ ਕੇ ਪਾਠਕ ਤੱਕ ਪਹੁੰਚਦੀ ਹੈ, ਕੰਪਿਊਟਰ ਉਹਦਾ ਇਨਸੈਪਰੇਬਲ ਹਿੱਸਾ ਆ। ਮੈਂ ਚਾਹੇ ਹੱਥ ਨਾਲ ਟਾਈਪ ਕਰਾਂ, ਉਹਨੂੰ ਮੁੜ ਕੇ ਹੁਣ ਟਾਈਪ ਰਾਈਟਰ ਤਾਂ ਨਹੀਂ ਰਹੇ, ਕੰਪਿਊਟਰ ਤੇ ਹੀ ਟਾਈਪ ਹੋਣਾ ਪਏਗਾ। ਵਰਡ ਪ੍ਰੋਗਰਾਮ ਚੋਂ ਉਹਨੂੰ PDF 'ਚ ਲੈ ਕੇ ਜਾਂਦੇ ਨੇ, PDF ਤੋਂ ਅੱਗੇ ਉਹਨੂੰ ਕੋਰਲ ਡਰਾ 'ਚ ਲੈ ਕੇ ਜਾਂਦੇ ਨੇ, ਜਾਂ ਕੋਈ ਦੂਜਾ ਸੌਫਟਵੇਅਰ ਵਰਤ ਕੇ ਉਹਦੇ ਤੋਂ ਫਿਰ ਕਿਤਾਬ ਛਪਦੀ ਹੈ। ਮੈਂ ਆਪਣੀਆਂ 3 ਕਿਤਾਬਾਂ ਆਪੇ ਛਾਪੀਆਂ, ਮਤਲਬ ਕਿ ਜਿੱਥੇ ਮੇਰਾ ਜੀ ਕਰਦਾ ਸੀ ਮੈਂ ਉੱਥੋਂ ਛਪਾਈਆਂ, ਪਰ ਤੇ ਮੈਂ ਸਿਰ ਤੇ ਬੈਠ ਕੇ ਸਾਰਾ ਕੰਮ ਕਰਾਇਆ। ਉਸ ਵੇਲੇ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਜਿਹੜਾ ਸੌਫਟਵੇਅਰ, ਆਖਰੀ ਸੌਫਟਵੇਅਰ ਜਿਹਦੇ ਵਿੱਚੋਂ ਕਿਤਾਬ ਛਪਦੀ ਹੈ, ਉਹ ਨਹੀਂ ਸੀ ਆਉਂਦਾ। ਉਹ ਨਾ ਆਉਣ ਕਰਕੇ ਕਿਤਾਬ 'ਚ ਗਲਤੀਆਂ ਰਹਿ ਜਾਂਦੀਆਂ ਸੀ। ਤੇ ਇਸ ਕਰਕੇ ਕਿਸੇ ਵੀ ਲੇਖਕ ਲਈ ਇਹ ਆਵਸ਼ਕ ਹੋ ਗਿਆ ਕਿ ਉਹਨੂੰ ਕੰਪਿਊਟਰ ਪਲੱਸ ਸੌਫਟਵੇਅਰ ਉਹ ਆਉਂਦੇ ਹੋਣ, ਖੁਦ ਆਉਂਦੇ ਹੋਣ, ਨਹੀਂ ਤਾਂ ਕਿਤਾਬ ਵਿੱਚ ਬਹੁਤ ਨੁਕਸ ਰਹਿ ਜਾਣਗੇ, ਕਿਉਂਕਿ ਸਾਡੇ ਪਬਲਿਸ਼ਰ ਉਹਨੇ ਪ੍ਰੋਫੈਸ਼ਨਲ ਅਜੇ ਤੱਕ ਨਹੀਂ ਹੈਗੇ। ਜਿੱਥੇ ਤੱਕ ਪੜ੍ਹਨ ਦਾ ਸਵਾਲ ਹੈ, ਕਵਿਤਾ ਨੂੰ ਪੜ੍ਹਨ ਵਾਸਤੇ ਮੈਂ ਅਜੇ ਵੀ ਕਿਤਾਬ ਪ੍ਰੈਫਰ ਕਰਾਂਗਾ। ਕਿਤਾਬ ਦੇ ਵਿੱਚ ਤੁਸੀਂ ਬਾਰ-ਬਾਰ ਪਿੱਛੇ ਜਾ ਸਕਦੇ ਹੋ, ਰੁਕ ਸਕਦੇ ਹੋ, ਸੋਚ ਲੈਂਦੇ ਹੋ। ਕਿਤਾਬ ਦੇ ਪੰਨੇ ਦਿਮਾਗ ਦੇ ਵਿੱਚ ਵਸ ਜਾਂਦੇ ਨੇ ਕਿ ਉੱਥੇ ਕਰਕੇ ਆਹ ਚੀਜ਼ ਲਿਖੀ ਹੋਈ ਸੀ, ਉਹਦੀ ਸਾਈਡ ਤੇ ਅਸੀਂ ਨੋਟਸ ਲੈ ਲੈਂਦੇ ਹਾਂ, ਤੇ ਕਿਤਾਬ ਦੇ ਵਿੱਚ ਅਸੀਂ ਬੁੱਕ ਮਾਰਕ ਰੱਖ ਲੈਂਦੇ ਹਾਂ। ਠੀਕ ਹੈ, ਟੈਕਨੀਕਲੀ ਇਹ ਗੱਲਾਂ ਕੰਪਿਊਟਰ ਤੇ ਵੀ ਪੋਸੀਬਲ ਨੇ, ਪਰ ਜਿਸ ਤਰ੍ਹਾਂ ਇੱਕ ਜਿੰਦੀ ਕਵਿਤਾ ਦਾ ਇੱਕ ਕਹਿ ਲਓ ਕਿ ਜਦੋਂ ਅਸੀਂ ਇਹਨੂੰ ਕਿਤਾਬ ਤੋਂ ਪੜ੍ਹਦੇ ਹਾਂ ਤਾਂ ਉਹਦਾ ਸਰੀਰ ਸਾਡੇ ਸਾਹਮਣੇ ਆ ਜਾਂਦਾ। ਕਵਿਤਾ ਮੇਰੇ ਹੱਥ 'ਚ ਆ ਜਾਂਦੀ ਹੈ, ਮੈਂ ਸਿਰਫ ਉਹਨੂੰ ਅੱਖਾਂ ਨਾਲ, ਦਿਮਾਗ ਨਾਲ ਨਹੀਂ ਪੜ੍ਹ ਰਿਹਾ ਜਿਵੇਂ ਕਿ ਮੈਂ ਕੰਪਿਊਟਰ ਦੀ ਸਕਰੀਨ ਤੋਂ ਪੜ੍ਹਦਾ। ਮੇਰਾ ਸਰੀਰ ਕਿਤਾਬ ਦੇ ਸਰੀਰ ਨੂੰ ਛੋਹ ਸਕਦਾ, ਕਵਿਤਾ ਦੇ ਸਰੀਰ ਨੂੰ ਛੋਹ ਸਕਦਾ। ਇਹ ਫੀਲਿੰਗ ਹੁੰਦੀ ਹੈ ਜਦੋਂ ਅਸੀਂ ਕਿਤਾਬ ਤੋਂ ਕਵਿਤਾ ਪੜ੍ਹਦੇ ਹਾਂ। ਮੇਰੇ ਪਿਤਾ ਜੀ ਦਾ ਜਿਹੜਾ ਵਿਸ਼ਾ ਉਹ ਧਰਮ ਹੈ। ਉਹਨਾਂ ਨੇ 4 ਕਿਤਾਬਾਂ ਲਿਖੀਆਂ ਨੇ, ਤੇ ਪਹਿਲੀਆਂ 2 ਕਿਤਾਬਾਂ ਉਹਨਾਂ ਨੇ ਹੱਥ ਨਾਲ ਲਿਖੀਆਂ ਸਨ ਤੇ ਉਹਨਾਂ ਨੂੰ ਸਾਨੂੰ ਟਾਈਪ ਕਰਾਉਣਾ ਪਿਆ। ਤੀਜੀ ਤੇ ਚੌਥੀ ਕਿਤਾਬ ਉਹਨਾਂ ਨੇ ਖੁਦ ਆਪਣੇ ਹੱਥ ਨਾਲ ਟਾਈਪ ਕੀਤੀ, ਕੰਪਿਊਟਰ ਤੇ ਹੀ ਕੀਤੀ, ਤੇ ਉਹਦੀ ਫਾਰਮੈਟਿੰਗ ਮੈਂ ਕਰਦਾ ਸਾਂ ਕਿਉਂਕਿ ਉਹਨਾਂ ਨੂੰ ਵਰਡ ਪ੍ਰੋਗਰਾਮ ਥੋੜਾ ਜਿਹਾ ਉਦੋਂ ਘੱਟ ਆਉਂਦਾ ਸੀ। ਪਰ ਉਹਨਾਂ ਨੇ ਕਦੀ ਇਹ ਨਹੀਂ ਆਬਜੈਕਟ ਕੀਤਾ ਕਿ ਮੈਨੂੰ ਕੰਪਿਊਟਰ ਤੇ ਕਿਉਂ ਕਰਨਾ ਪੈ ਰਿਹਾ। ਹਾਂ, ਜੇ ਉਹਨਾਂ ਦੀ ਪ੍ਰੈਫਰੈਂਸ ਹੋਵੇ ਲਿਖਣ ਦੀ ਤਾਂ ਅਜੇ ਵੀ ਹੱਥ ਨਾਲ ਲਿਖ, ਉਹਨਾਂ ਦਾ ਜਿਹੜਾ ਫਲੋ ਹੈ ਉਹ ਹੱਥ ਨਾਲ ਲਿਖਣ ਦੇ ਵਿੱਚ ਹੈ। ਉਹਨੂੰ ਮੇਰਾ ਬੇਟਾ ਇਸ ਵੇਲੇ ਗ੍ਰੇਡ 5 'ਚ ਹੈ। ਉਹਨੂੰ ਸਕੂਲ ਤੋਂ ਜਿਹੜਾ ਕੰਮ ਮਿਲਦਾ ਹੈ ਉਹ ਅੱਧਾ ਤਾਂ ਹੱਥ ਨਾਲ ਲਿਖਣ ਵਾਲਾ ਹੁੰਦਾ, ਤੇ ਅੱਧੀਆਂ ਅਸਾਈਨਮੈਂਟ ਉਹਨਾਂ ਦੀਆਂ ਕੰਪਿਊਟਰ ਤੇ ਨੇ। ਬਹੁਤ ਵਿਰਲੇ ਹੀ ਟੀਚਰ ਨੇ ਜਿਹੜੇ ਕਿ ਬੱਚਿਆਂ ਦੀ ਲਿਖਾਈ ਵੱਲ ਕੋਈ ਧਿਆਨ ਦੇ ਰਹੇ ਨੇ। ਪੱਛਮ ਦੇ ਵਿੱਚ ਇੱਕ ਸਕੂਲਾਂ ਦੇ ਵਿੱਚ ਇੱਕ ਅਨਸਪੋਕਨ ਜਾਂ ਨਿਯਮ ਬਣ ਗਿਆ ਕਿ ਬੱਚਿਆਂ ਨੇ ਕਿਹੜਾ ਕੋਈ ਆਖਰਕਾਰ ਹੱਥ ਨਾਲ ਲਿਖਣਾ, ਉਹਨਾਂ ਨੇ ਤਾਂ ਕੰਪਿਊਟਰ ਹੀ ਵਰਤਣਾ, ਸੋ ਜਿੱਦਾਂ ਦਾ ਮਰਜ਼ੀ ਲਿਖਣਾ। ਇਸ ਕਰਕੇ ਇੱਥੋਂ ਦੇ ਬੱਚਿਆਂ ਦੀ ਲਿਖਾਈ ਸਾਡੇ ਪੰਜਾਬ ਦੇ ਬੱਚਿਆਂ ਨਾਲੋਂ ਆਮ ਤੌਰ ਤੇ ਜ਼ਿਆਦਾ ਖਰਾਬ ਹੁੰਦੀ ਹੈ। ਤੇ ਉਹ ਉਵੇਂ ਹੀ ਆ ਜਿਵੇਂ ਇੱਥੋਂ ਦੇ ਬੱਚਿਆਂ ਨੂੰ ਪਹਾੜੇ ਨਹੀਂ ਯਾਦ ਕਰਾਏ ਜਾਂਦੇ, ਕਿਉਂਕਿ ਇਹ ਹੈ ਕਿ ਹਰ ਇੱਕ ਦੀ ਜੇਬ 'ਚ ਕੈਲਕੂਲੇਟਰ ਆ ਹੀ ਜਾਣਾ। ਪਰ ਜਿਹੜਾ ਆਉਣ ਵਾਲੇ ਵੇਲੇ ਦੇ ਵਿੱਚ ਜਿਹੜਾ ਟੀਚਰ ਹੀ ਖਤਮ ਹੋ ਰਿਹਾ, ਸਾਰੀ ਵਿੱਦਿਆ ਹੀ ਇੰਟਰਨੈਟ ਤੇ ਜਾ ਰਹੀ ਹੈ। ਜਿਹੜਾ ਫਰਦਰ ਮਾਡਲ ਹੈ ਅਗਲੇ 20 ਸਾਲਾਂ 'ਚ ਟੀਚਰ ਐਲੀਮੀਨੇਟ ਹੀ ਹੋ ਜਾਣਾ, ਤੇ ਬੱਚਿਆਂ ਨੇ ਸਿੱਧਾ ਕੰਪਿਊਟਰ ਤੇ ਹੀ ਪੜ੍ਹਨਾ, ਕੰਪਿਊਟਰ ਤੇ ਹੀ ਪੇਪਰ ਦੇਣੇ ਨੇ, ਉੱਥੇ ਹੀ ਅਸਾਈਨਮੈਂਟ ਬਣਾਉਣੀਆਂ ਨੇ। ਇਸ ਕਰਕੇ ਹੱਥ ਨਾਲ ਲਿਖਣ ਦਾ ਜਿਹੜਾ ਕਹਿ ਲਓ ਹੁਣ ਤਾਂ ਰਿਵਾਜ ਹੀ ਬਣ ਗਿਆ ਕਿ ਹੱਥ ਨਾਲ ਨਹੀਂ ਲਿਖਣਾ ਹੈ। ਮੇਰੇ ਬੇਟੇ ਦਾ ਨਾਂ ਜੋਗੀ ਹੈ। ਜੋਗੀ ਦੀ ਜਿਹੜੀ ਮਾਂ ਬੋਲੀ ਹੈ ਉਹ ਹੈ ਹੀ ਨਹੀਂ ਕੋਈ। ਜੋਗੀ ਨੇ ਪਹਿਲੀ ਭਾਸ਼ਾ ਸਿੱਖੀ ਅੰਗਰੇਜ਼ੀ। ਜੇ ਅਸੀਂ ਪਹਿਲੀ ਭਾਸ਼ਾ ਸਿੱਖਣ ਨੂੰ ਮਾਂ ਬੋਲੀ ਕਹਿੰਦੇ ਆ ਤਾਂ ਜੋਗੀ ਦੀ ਮਾਂ ਤਾਂ ਅੰਗਰੇਜ਼ੀ ਨਹੀਂ ਬੋਲਦੀ।
ਉਹਨੂੰ ਅੰਗਰੇਜ਼ੀ ਆਉਂਦੀ ਆ, ਪਰ ਉਹ ਆਮ ਬੋਲ ਚਾਲ ਵਿੱਚ ਘਰ ਦੇ ਵਿੱਚ ਅੰਗਰੇਜ਼ੀ ਨਹੀਂ ਬੋਲਦੀ। ਸੋ ਪਰ ਜੋਗੀ ਦੀ ਪਹਿਲੀ ਭਾਸ਼ਾ ਜਿਹੜੀ ਆ ਉਹ ਉਹਦੀ ਮਾਂ ਦੀ ਭਾਸ਼ਾ ਨਹੀਂ ਹੈ, ਉਹ ਇਸ ਸਮਾਜ ਦੀ ਭਾਸ਼ਾ। ਜੋਗੀ ਦੀ ਕੋਈ ਮਾਂ ਬੋਲੀ ਨਹੀਂ ਆ, ਮਾਂ ਬੋਲੀ ਨਹੀਂ ਆ, ਉਹਦੀ ਸਮਾਜ ਬੋਲੀ ਹੈਗੀ ਆ। ਤਾਂ ਜੋਗੀ ਅੰਗਰੇਜ਼ੀ ਬੋਲਦਾ। ਉਸ ਤੋਂ ਬਾਅਦ ਜੋਗੀ ਦੀ ਪੰਜਾਬੀ ਬੋਲਣ ਚ ਰੁਚੀ ਘੱਟ ਸੀਗੀ। ਜੋਗੀ ਪੰਜਾਬੀ ਸਕੂਲ ਚ ਵੀ ਗਿਆ, ਉਹ ਸਿੱਖ ਵੀ ਲੈਂਦਾ ਸੀ, ਪਰ ਕਿਉਂਕਿ ਉਹਦੇ ਆਲੇ ਦੁਆਲੇ ਦਾ ਸਾਰਾ ਸਮਾਜ ਅੰਗਰੇਜ਼ੀ ਹੀ ਬੋਲਦਾ। ਹੁਣ ਮੈਨੂੰ ਜੋਗੀ ਦੇ ਤਜਰਬੇ ਤੋਂ ਇਹ ਸਮਝ ਆਈ ਕਿ ਬੋਲੀ ਸਿਰਫ ਇਸ ਤਰ੍ਹਾਂ ਨਹੀਂ ਸਿੱਖੀ ਜਾਂਦੀ ਕਿ ਮਾਂ ਪਿਓ ਬੋਲਦੇ ਹੋਣ। ਬੋਲੀ ਸਿੱਖਣ ਲਈ ਪੂਰਾ ਪਿੰਡ ਚਾਹੀਦਾ ਤੁਹਾਡੇ ਆਲੇ ਦੁਆਲੇ। ਬੱਚੇ ਦੇ ਜਿਹਨੂੰ ਕਹਿ ਲਓ ਵੀ ਦਾਦੇ ਨਾਨੇ ਚਾਚੇ ਤਾਏ ਉਹ ਬੋਲਦੇ ਹੋਣ। ਇਹ ਸਾਰੇ ਰਿਸ਼ਤੇ ਤਾਂ ਹੁਣ ਇੱਥੇ ਹੈ ਹੀ ਨਹੀਂ। ਗਲੀ ਦੇ ਬਾਹਰ ਜੋਗੀ ਦਾ ਗੁਆਂਢੀ ਵੀ ਪੰਜਾਬੀ ਬੋਲਦਾ ਹੋਵੇ, ਗਲੀ ਦੀ ਨੁੱਕਰ ਤੇ ਬੈਠਾ ਦੁਕਾਨਦਾਰ ਪੰਜਾਬੀ ਬੋਲਦਾ ਹੋਵੇ, ਜੋਗੀ ਸਕੂਲ ਜਾਵੇ ਉੱਥੇ ਪੰਜਾਬੀ ਬੋਲੀ ਜਾਂਦੀ ਹੋਵੇ, ਜਿਹੜੇ ਰਿਸ਼ਤੇਦਾਰ ਨੂੰ ਦੋਸਤ ਨੂੰ ਮਿਲੇ ਉੱਥੇ ਪੰਜਾਬੀ ਬੋਲੀ ਜਾ ਰਹੀ ਹੋਵੇ, ਫਿਰ ਬੱਚਾ ਬੋਲੀ ਸਕਦਾ, ਵਰਨਾ ਬੱਚਾ ਨਹੀਂ ਸਿੱਖਦਾ। ਉਹ ਜੇ ਸਿੱਖ ਜਾਏਗਾ ਉਹ ਊੜਾ ਐੜਾ 35 ਸਿੱਖ ਜਾਏਗਾ, ਕੁਝ ਸ਼ਬਦ ਬੋਲਣੇ ਸਿੱਖ ਲਏਗਾ, ਪਰ ਭਾਸ਼ਾ ਨਹੀਂ ਸਿੱਖੇਗਾ। ਜੋਗੀ ਮੇਰੇ ਬੇਟਾ ਜੀ ਸਾਡੇ ਨਾਲ ਰਹਿੰਦੇ ਨੇ। ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਜੋਗੀ ਉਹਨਾਂ ਨਾਲ ਪੰਜਾਬੀ ਬੋਲਦਾ। ਉਹਨੂੰ ਜਿਹੜੀ ਟੁੱਟੀ ਫੁੱਟੀ ਪੰਜਾਬੀ ਆਉਂਦੀ ਆ ਉਹ ਉਹਨਾਂ ਨਾਲ ਹਮੇਸ਼ਾ ਗੱਲ ਕਰਦਾ। ਉਹਦੇ ਮਨ 'ਚ ਜਿਵੇਂ ਇਹ ਪ੍ਰਭਾਵ ਆ ਵੀ ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ। ਸਾਡੇ ਬਾਰੇ ਉਹਨੂੰ ਇਹ ਆ ਕਿ ਇਹਨਾਂ ਨੂੰ ਅੰਗਰੇਜ਼ੀ ਆਉਂਦੀ ਹੈ, ਇਹਨਾਂ ਨਾਲ ਮੈਂ ਅੰਗਰੇਜ਼ੀ 'ਚ ਕੰਮ ਚਲਾਊਂਗਾ, ਜਿਹੜੀ ਕਿ ਉਹਦੇ ਲਈ ਕਨਵੀਨੀਅੰਟ ਹੈ। ਮੈਨੂੰ ਲੱਗਦਾ ਕਿ ਪੰਜਾਬੀ ਨੂੰ ਡਿਜੀਟਲਾਈਜ਼ ਕਰ ਦੇਣਾ ਚਾਹੀਦਾ ਜਿੰਨਾ ਵੱਧ ਤੋਂ ਵੱਧ ਹੋ ਸਕੇ। ਇਹਦੇ ਨਾਲ ਸ਼ਾਇਦ ਪੰਜਾਬੀ ਦੀ ਉਮਰ ਲੰਬੀ ਹੋ ਜਾਵੇ, 50 ਸਾਲ ਵੀ ਹੋ ਜਾਵੇ, 100 ਸਾਲ ਵੀ ਹੋ ਜਾਵੇ, ਸਾਡੇ ਲਈ ਤਾਂ ਉਨੀ ਵੀ ਬੜੀ ਹੈ। ਪਰ ਡਿਜੀਟਲਾਈਜ਼ ਕੀਤੇ ਬਿਨਾਂ ਪੰਜਾਬੀ ਦੀ ਉਮਰ ਮੈਨੂੰ ਲੱਗਦਾ ਕਿ ਬਹੁਤ ਘੱਟ ਹੋਈ, ਕਿਉਂਕਿ ਜੇ ਮੀਡੀਅਮ ਹੀ ਕਮਿਊਨੀਕੇਸ਼ਨ ਦਾ ਡਿਜੀਟਲ ਹੀ ਰਹਿ ਗਿਆ, ਜੇ ਪੜ੍ਹਾਉਣ ਦਾ ਮੀਡੀਅਮ ਵੀ ਡਿਜੀਟਲ ਹੀ ਹੋ ਜਾਣਾ ਬਹੁਤਾ, ਤਾਂ ਭਾਸ਼ਾ ਨੂੰ ਉਸ ਮੀਡੀਅਮ ਵਿੱਚ ਆਉਣਾ ਪਏਗਾ ਆਪਣੀ ਥੋੜੀ ਜਿਹੀ ਉਮਰ ਲੰਬੀ ਕਰਨ ਵਾਸਤੇ। ਡਿਜੀਟਲਾਈਜ਼ ਮੀਡੀਅਮ ਦੀ ਇੱਕ ਖਾਸ ਗੱਲ ਹੈ। ਅਸੀਂ ਕਿਤਾਬ ਛਾਪਦੇ ਹਾਂ ਪੰਜਾਬੀ ਦੀ, ਹੁਣ ਸਾਡੀ ਕਿਤਾਬ 250 500 ਛਪ ਜਾਂਦੀ, 1000 ਛਪ ਜਾਂਦੀ ਹੈ, ਉਹ 1000 ਬੰਦਿਆਂ ਕੋਲ ਚਲੀ ਗਈ। ਪਰ ਜਦੋਂ ਔਰ ਉਹ 1000 ਬੰਦਿਆਂ ਤੋਂ ਅੱਗੇ ਕਿੱਥੇ ਜਾਏਗੀ ਇਹ ਸਾਨੂੰ ਪਤਾ ਨਹੀਂ। ਕਈ ਕਿਤਾਬਾਂ ਐਸੀਆਂ ਨੇ ਹੁਣ ਜਿਹੜੀਆਂ ਆਪਾਂ ਨੂੰ ਮਿਲਦੀਆਂ ਹੀ ਨਹੀਂ। ਪਰ ਜਦੋਂ ਡਿਜੀਟਲ ਮੀਡੀਅਮ 'ਚ ਆ ਜਾਂਦੀ ਕੋਈ ਚੀਜ਼ ਤਾਂ ਉਹਦੀ ਇਹ ਨਹੀਂ ਆ ਕਿ ਉਹਦੀ ਉਮਰ ਇੱਕ ਬੰਦੇ ਦੀ ਉਮਰ ਜਿੰਨੀ ਹੀ ਹੋਏਗੀ। ਉਹ 100 ਸਾਲ ਜੀ ਸਕਦੀ ਹੈ, 1000 ਸਾਲ ਵੀ ਰਹਿ ਸਕਦੀ ਹੈ ਡਿਜੀਟਲ ਮੀਡੀਅਮ ਦੇ ਉੱਤੇ। ਉਹਨੂੰ ਕਿਸੇ ਵੀ ਥਾਂ ਤੋਂ ਐਕਸੈਸ ਕੀਤਾ ਜਾ ਸਕਦਾ। ਸੋ ਜਿਹੜਾ ਡਿਜੀਟਲਾਈਜ਼ ਕਿਤਾਬ, ਭਾਸ਼ਾ ਤੇ ਡਿਜੀਟਲਾਈਜੇਸ਼ਨ, ਇਹ 3 ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਜੁੜੀਆਂ ਹੋਈਆਂ ਨੇ। ਕਿਤਾਬ ਨੂੰ ਹੋ ਸਕਦਾ ਡਿਜੀਟਲਾਈਜੇਸ਼ਨ ਨਾਲ ਨੁਕਸਾਨ ਹੋ ਸਕਦਾ, ਪਰ ਭਾਸ਼ਾ ਨੂੰ ਡਿਜੀਟਲਾਈਜੇਸ਼ਨ ਨਾਲ ਨੁਕਸਾਨ ਨਹੀਂ ਹੈ ਸ਼ਾਇਦ ਸਾਰਾ। ਜੇ ਅਸੀਂ ਕੈਨੇਡੀਅਨ ਪੋਇਟਸ ਜਾਂ ਉਹਨਾਂ ਦੀ ਕਵਿਤਾ ਨੂੰ ਇਕੱਠਾ ਕਰਨਾ ਹੋਵੇ ਤਾਂ ਡਿਜੀਟਲ ਪਲੇਟਫਾਰਮ ਹੀ ਸਭ ਤੋਂ ਸੌਖਾ, ਉਹੀ ਇਫੈਕਟਿਵ ਹੋਏਗਾ। ਹਰ ਕੋਈ ਆਪਣੇ ਘਰ ਬੈਠਾ ਵੀ ਉਹਦੇ 'ਚ ਕੰਟਰੀਬਿਊਟ ਕਰ ਸਕਦਾ। ਤੇ ਵੈਸੇ ਜਿਹੜੇ ਕੈਨੇਡੀਅਨ ਪੰਜਾਬੀ ਪੋਇਟ ਨੇ, ਪੰਜਾਬ ਦੇ ਪੋਇਟਸ ਦੀ ਤਰ੍ਹਾਂ ਉਹਨਾਂ ਦੇ ਵਿੱਚ ਵੀ ਕਾਫੀ ਵੰਡ ਹੈ। ਅਸੀਂ ਖੱਬੇ ਤੇ ਸੈਂਟਰ 'ਚ ਵੰਡੇ ਹੋਏ ਹਾਂ। ਪਹਿਲੀ ਗੱਲ ਤਾਂ ਅਸੀਂ ਇਸ ਗੱਲ 'ਚ ਵੰਡੇ ਹਾਂ ਵੀ ਕੁਝ ਲੋਕ ਪੱਕੀ ਤਰ੍ਹਾਂ ਇਸ ਗੱਲ ਤੇ ਨੇ ਬਈ ਕਵਿਤਾ ਲੋਕ ਪੱਖੀ ਹੀ ਹੋਣੀ ਚਾਹੀਦੀ ਹੈ, ਦੂਜੀ ਕਵਿਤਾ ਦਾ ਕੋਈ ਵੈਲਿਊ ਨਹੀਂ। ਦੂਜੇ ਲੋਕ ਇਸ ਗੱਲ ਨੂੰ ਨਹੀਂ ਮੰਨਦੇ। ਇਹੋ ਜਿਹੀਆਂ ਗੱਲਾਂ ਕਰਕੇ ਅਸੀਂ ਮਿਲਦੇ ਜੁਲਦੇ ਹੀ ਨਹੀਂ ਗੇ, ਸੁਭਾਵਾਂ ਵੀ ਇਸ ਤਰ੍ਹਾਂ ਚੱਲਦੀਆਂ ਨੇ। ਪਰ ਡਿਜੀਟਲ ਮੀਡੀਅਮ ਦੇ ਉੱਤੇ ਇਹ ਮਜਬੂਰੀ ਨਹੀਂ ਰਹਿ ਜਾਂਦੀ। ਡਿਜੀਟਲ ਮੀਡੀਅਮ ਦੇ ਉੱਤੇ ਅਸੀਂ ਜਿੰਨੇ ਆਪਣੀ ਗੱਲ ਜਿਵੇਂ ਵੀ ਕਹਿਣੀ ਉਹ ਕਹਿ ਸਕਦਾ। ਲੇਖਕ ਇਕੱਲਾ ਹੀ
ਮਹਿਸੂਸ ਕਰਦਾ ਹੈ, ਇਕੱਲਾ ਹੀ ਲਿਖਦਾ ਹੈ। ਜਦੋਂ ਕੋਈ ਪੜ੍ਹਦਾ ਉਹ ਵੀ ਇਕੱਲਾ ਹੀ ਪੜ੍ਹਦਾ। ਚਾਹੇ ਇੱਕ ਕਵੀ ਖੜਾ ਹੋ ਕੇ 100 ਬੰਦਿਆਂ ਨੂੰ ਕਵਿਤਾ ਸੁਣਾ ਰਿਹਾ ਹੋਵੇ ਜਾਂ 10,000 ਲੋਕਾਂ ਨੂੰ ਸੁਣਾ ਰਿਹਾ ਹੋਵੇ, ਉਹ 10,000 ਬੰਦੇ ਇਕੱਲੇ ਇਕੱਲੇ ਹੀ ਕਵਿਤਾ ਸੁਣ ਰਹੇ ਨੇ। ਹਰ ਇੱਕ ਦੇ ਅੰਦਰ ਇੱਕ ਦੇ ਅੰਦਰ ਹੀ ਕਵਿਤਾ ਜਾ ਰਹੀ ਹੈ। ਇਹ ਠੀਕ ਹੈ ਕਿ ਇਹ ਨਿੱਜੀ, ਇੱਕ ਨਿੱਜੀ, ਬਹੁਤ ਹੀ ਨਿੱਜੀ ਕਿਸਮ ਦਾ ਕੰਮ ਹੈ, ਪਰ ਜਿਹੜੀ ਭਾਸ਼ਾ ਹੈ ਉਹ ਇੱਕ ਸਾਂਝੀ ਚੀਜ਼ ਹੈ। ਤੇ ਭਾਸ਼ਾ ਦੀ ਤਰੱਕੀ ਵਾਸਤੇ ਜਾਂ ਭਾਸ਼ਾ ਨੂੰ ਕਾਇਮ ਰੱਖਣ ਵਾਸਤੇ ਜਾਂ ਭਾਸ਼ਾ ਨੂੰ ਵਰਤਣ ਦੀ ਸਹੂਲਤ ਵਾਸਤੇ ਸਾਨੂੰ ਸਾਂਝੇ ਹੋ ਕੇ ਕੰਮ ਕਰਨਾ ਪੈਂਦਾ, ਉਹ ਇੰਡੀਵਿਜੂਅਲੀ ਨਹੀਂ ਚੱਲਦਾ। ਤੇ ਪੰਜਾਬੀ 'ਚ ਸਾਡਾ ਮਸਲਾ ਹੈ ਵੀ ਅਸੀਂ ਇਕੱਠੇ ਨਹੀਂ ਹੁੰਦੇ, ਅਸੀਂ ਸਾਰੇ ਸਰਦਾਰ ਹਾਂ ਤੇ ਹਰ ਇੱਕ ਨੂੰ ਪੱਕਾ ਯਕੀਨ ਹੈ ਵੀ ਉਹ ਜੋ ਸੋਚਦਾ ਹੈ ਉਹੀ ਸਹੀ ਹੈ, ਉਹ ਫਾਈਨਲ ਸਟੇਟਮੈਂਟ ਹੈ। ਪੰਜਾਬੀ ਬੰਦਾ ਫੈਕਟ ਤੇ ਨਹੀਂ ਚੱਲਦਾ, ਉਹ ਓਪੀਨੀਅਨ ਤੇ ਚੱਲਦਾ। ਉਹ ਮਨ ਦੇ ਵਿੱਚ ਨਹੀਂ ਜੀਂਦਾ, ਉਹ ਸਰੀਰ 'ਚ ਜੀਂਦਾ। ਇਹ ਸਾਡੇ ਸੁਭਾਅ ਨੇ ਪੁਰਾਣੇ। ਇਹਨਾਂ ਨਾਲ ਸਾਨੂੰ ਇਹ ਸਮੱਸਿਆ ਆਈ ਹੈ ਕਿ ਜਿਹੜੇ ਕੰਮਾਂ ਲਈ ਕੱਲ ਦਿਮਾਗ ਵਰਤਣਾ ਪੈਂਦਾ ਉੱਥੇ ਅਸੀਂ ਨਿਖੜ ਜਾਂਦੇ ਹਾਂ। ਜੇ ਅਸੀਂ ਐਡੀ ਗੱਲ ਨਾ ਵੀ ਕਰੀਏ ਕਿ ਅਸੀਂ ਪੰਜਾਬੀ ਬਚਾਉਣੀ ਹੈ, ਕਿ ਅਸੀਂ ਪੰਜਾਬੀ ਦੀ ਤਰੱਕੀ ਕਰਨੀ, ਇਹਨਾਂ ਗੱਲਾਂ ਨੂੰ ਵੀ ਪਾਸੇ ਰੱਖ ਦਿਓ। ਜਿੰਨੇ ਕੁ ਅਸੀਂ ਬੰਦੇ ਹੈਗੇ ਆ ਜਿਹੜੇ ਪੰਜਾਬੀ ਬੋਲਦੇ ਆ ਤੇ ਪੰਜਾਬੀ ਲਿਖਦੇ ਆ ਤੇ ਪੰਜਾਬੀ ਛਪ ਰਹੀ ਆ, ਉਹਨਾਂ ਨੂੰ ਆਪਸ ਵਿੱਚ ਕਮਿਊਨੀਕੇਸ਼ਨ ਕਰਨ ਵਾਸਤੇ ਘੱਟੋ ਘੱਟ ਇੱਕ ਬੇਸਿਕ ਸਾਂਝਾ ਕੰਮ ਪੰਜਾਬੀ ਬਾਰੇ ਕਰ ਲੈਣਾ ਚਾਹੀਦਾ ਕਿ ਅਸੀਂ ਇਹ ਮੰਨ ਲਈ ਵੀ ਅਸੀਂ ਆਹ ਫੌਂਟਸ ਵਰਤਣੀ ਆ, ਅਸੀਂ ਆਹ ਯੂਨੀਕੋਡ ਸਿਸਟਮ ਵਰਤਣਾ ਆ, ਤਾਂ ਕਿ ਘੱਟੋ ਘੱਟ ਜਿਹੜੀ ਸਾਡੀ ਆਪਸੀ ਕਮਿਊਨੀਕੇਸ਼ਨ ਹੈ ਜਾਂ ਸਾਡੀਆਂ ਕਿਤਾਬਾਂ ਦੀ ਪਬਲੀਕੇਸ਼ਨ ਹੀ ਹੈ, ਉਹਦਾ ਇੱਕ ਕਾਮਨ ਜਿਹਾ ਪਲੇਟਫਾਰਮ ਫਰੰਟ ਬਣ ਜਾਵੇ। ਹੁਣ ਅਸੀਂ ਕਹ ਲਓ ਵੀ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਕਮਿਊਨੀਕੇਟ ਕਰਨ ਜੋਗੇ ਵੀ ਨਹੀਂ ਰਹਿ ਗਏ। ਅਸੀਂ ਹਾਲੇ ਇਸੇ ਗੱਲ ਤੇ ਲੜੀ ਜਾ ਰਹੇ ਹਾਂ ਵੀ ਯੂਨੀਕੋਡ ਬਣਾਇਆ ਕਿੰਨੀ ਸੀਗਾ, ਬਜਾਏ ਕਿ ਅਸੀਂ ਉਹਦਾ ਪਸਾਰ ਵੱਡਾ ਕਰੀਏ, ਉਸ ਪਲੇਟਫਾਰਮ ਨੂੰ ਚੌੜਾ ਕਰੀਏ। ਸਾਡੇ 'ਚ ਉੱਥੇ ਅਸੀਂ ਆ ਕੇ ਅੜ ਜਾਂਦੇ ਹਾਂ ਵੀ ਪਹਿਲਾਂ ਤਾਂ ਇਹ ਫੈਸਲਾ ਕੋਈ ਵੀ ਬਣਾਇਆ ਕਿੰਨੇ। ਏਦਾਂ ਦੀਆਂ ਗੱਲਾਂ ਨੂੰ ਛੱਡ ਦੇਣਾ ਚਾਹੀਦਾ। ਮੈਂ ਜਦੋਂ ਡਿਜੀਟਲਾਈਜੇਸ਼ਨ ਦੀ ਗੱਲ ਕਰਨ ਲੱਗਿਆ ਤਾਂ ਮੇਰਾ ਧਿਆਨ ਆਪਣੇ ਬਚਪਨ ਵੱਲ ਗਿਆ। ਮੇਰਾ ਪਿੰਡ ਸ਼ਾਹਕੋਟ ਹੈ, ਛੋਟਾ ਜਿਹਾ ਕਸਬਾ ਹੈ। ਉਸ ਪਿੰਡ 'ਚ ਇੱਕ ਬਾਊ ਦੌਲਤ ਰਾਮ ਬੱਤਿਆਂ ਵਾਲਾ ਹੁੰਦਾ ਸੀ। ਬਾਊ ਦੌਲਤ ਰਾਮ ਬੱਤਿਆਂ ਵਾਲਾ, ਅਸਲ 'ਚ ਬੱਤਾ ਲਫ਼ਜ਼ ਹੁਣ ਖਤਮ ਹੁੰਦਾ ਜਾ ਰਿਹਾ। ਬੱਤਾ ਸੋਡੇ ਦੀ ਬੋਤਲ ਨੂੰ ਕਹਿੰਦੇ ਆ, ਜਿਹਨੂੰ ਕੋਕਾ ਕੋਲਾ, ਫੈਂਟਾ, ਫਿਰ ਹੁਣ ਕਈ ਕੁਛ ਚੱਲ ਪਿਆ। ਅਤੇ ਉਸ ਵੇਲੇ ਉਹ ਬੰਟੇ ਵਾਲੀ ਬੋਤਲ ਹੁੰਦੀ ਸੀ, ਬੰਟੇ ਵਾਲੀ ਬੋਤਲ 'ਚ ਸੋਡਾ ਭਰਦਾ ਸੀ ਬਾਊ ਦੌਲਤ ਰਾਮ ਬੱਤਿਆਂ ਵਾਲਾ। ਉਹਦੀ ਇੱਕ ਮਸ਼ੀਨ ਲੱਗੀ ਹੁੰਦੀ ਸੀ ਅੰਦਰ, ਛੂੰ ਛਾਂ ਦੀਆਂ ਆਵਾਜ਼ਾਂ ਆਉਂਦੀਆਂ ਸੀ ਉਦੋਂ ਜਦੋਂ ਭਰਦਾ ਸੀ ਉਹ। ਅਤੇ ਮੈਂ ਬੜੇ ਧਿਆਨ ਨਾਲ ਲੁਕ ਲੁਕ ਕੇ ਬਾਊ ਦੌਲਤ ਰਾਮ ਨੂੰ ਦੇਖਦਾ ਸੀ, ਕਿਉਂਕਿ ਬਾਊ ਦੌਲਤ ਰਾਮ ਸ਼ਾਹਕੋਟ 'ਚ ਉਸ ਵੇਲੇ ਮੈਨੂੰ ਲੱਗਦਾ ਵਾਹਦ ਪੜ੍ਹਿਆ ਲਿਖਿਆ ਆਦਮੀ ਸੀ। ਅਤੇ ਲੋਕ ਉਹਦੇ ਕੋਲੋਂ ਖਤ ਲਿਖਾਉਣ ਆਉਂਦੇ ਸੀ, ਕਾਰਡ, ਜਿਹਨੂੰ ਕਾਰਡ ਕਹਿੰਦੇ ਸੀ ਉਸ ਵੇਲੇ, ਪੋਸਟ ਕਾਰਡ। ਉਹ ਖਤ ਲਿਖਾਉਣ ਲਈ ਬਾਊ ਦੌਲਤ ਰਾਮ ਕੋਲ ਲੋਕ ਆਉਂਦੇ ਸੀ, ਕਿਉਂਕਿ ਪੜ੍ਹੇ ਲਿਖੇ ਤਾਂ ਆਪ ਹੁੰਦੇ ਨਹੀਂ ਸੀ। ਅਤੇ ਬਾਊ ਦੌਲਤ ਰਾਮ ਬੜਾ ਖਿੱਝ ਕੇ ਬੋਲਦਾ ਸੀ ਉਹਨਾਂ ਨੂੰ, ਜਾ ਆਪਣੀ ਗੱਲ ਦੱਸ ਅਤੇ ਜਾ। ਉਸ ਤਰ੍ਹਾਂ ਇਸ ਵੇਲੇ ਇੱਦਾਂ ਵੀ ਹੁੰਦਾ ਸੀ ਕਿ ਉਹ ਆਪਦੀ ਉਹਨਾਂ ਦੀ ਗੱਲ ਨੋਟ ਕਰ ਲੈਂਦਾ ਸੀ, ਬਾਅਦ 'ਚ ਪੋਸਟ ਕਾਰਡ ਲਿਖਦਾ ਸੀ ਅਤੇ ਬਾਅਦ 'ਚ ਪਾ ਦਿੰਦਾ ਸੀ ਚਿੱਠੀਆਂ। ਸੋ ਉਸ ਵੇਲੇ ਮੈਨੂੰ ਉਹਦਾ ਗੁੱਸਾ ਵੀ ਚੰਗਾ ਲੱਗਦਾ ਸੀ, ਕਿਉਂਕਿ ਉਹਦੇ ਕੋਲ ਇੱਕ ਪੈਨ ਸੀ ਜਿਹਨੂੰ ਮੈਂ ਦੇਖਦਾ ਸੀ। ਪੈਨ ਬਹੁਤ ਖੂਬਸੂਰਤ ਸੀ ਉਹ। ਉਸ ਵੇਲੇ ਪੈਨ ਬਹੁਤ ਘੱਟ ਲੋਕਾਂ ਕੋਲ ਹੁੰਦੇ ਸੀਗੇ ਅਤੇ ਅਸੀਂ ਵੀ ਕਲਮ ਦੁਆਤਾਂ ਨਾਲ ਹੀ ਲਿਖਦੇ ਸੀ। ਪੈਨ ਹੈ ਸੀ ਵੈਸੇ ਤਾਂ। ਪੈਨ ਮੈਨੂੰ ਪਹਿਲੀ ਵਾਰੀ ਸਕੂਲ ਵਿੱਚ ਇੱਕ ਪੈਨ
ਤੇ ਇੱਕ ਸ਼ਾਹੀ ਦੀ ਦਵਾਤ ਇਨਾਮ ਵਜੋਂ ਮਿਲੀ ਸੀ। ਉਹ ਪਤਾ ਨਹੀਂ, ਪੜ੍ਹਾਈ 'ਚ ਤਾਂ ਮੈਂ ਬਹੁਤਾ ਠੀਕ ਨਹੀਂ ਸੀ ਅਤੇ ਲਿਖਾਈ ਵੀ ਮੇਰੀ ਬਹੁਤੀ ਚੰਗੀ ਨਹੀਂ ਸੀ। ਸ਼ਾਇਦ ਮੈਨੂੰ ਕੁਛ ਬੋਲਣ 'ਚ, ਕਵਿਤਾ ਪੜ੍ਹਨ 'ਚ ਇਨਾਮ ਮਿਲਿਆ ਹੋਵੇ, ਮੈਨੂੰ ਹੁਣ ਯਾਦ ਨਹੀਂ। ਪਰ ਉਹੀ ਪੈੱਨ ਮੈਂ ਬਾਊ ਦੌਲਤ ਰਾਮ ਕੋਲ ਦੇਖਦਾ ਸੀ, ਮੈਨੂੰ ਬੜਾ ਅੱਛਾ ਲੱਗਦਾ ਸੀ ਉਹ, ਅਤੇ ਮੈਂ ਲੁੱਕ ਲੁੱਕ ਕੇ ਉਹਨੂੰ ਦੇਖਦਾ ਰਹਿੰਦਾ ਸੀ। ਉਹ ਚਿੱਠੀਆਂ ਲਿਖਦਾ ਸੀ। ਤਾਂ ਫਿਰ ਉੱਥੇ ਹੀ ਬਾਊ ਦੌਲਤ ਰਾਮ ਕੋਲ ਮੈਂ ਇੱਕ ਛੋਟਾ ਜਿਹਾ ਟਾਈਪਰਾਈਟਰ ਵੀ ਦੇਖਿਆ। ਉਹ ਟਾਈਪ ਕਰਦਾ ਸੀ ਉਹਦੇ ਨਾਲ, ਉਹ ਸ਼ਿਕਾਇਤਾਂ ਲੋਕਾਂ ਦੀਆਂ ਟਾਈਪ ਕਰਦਾ ਸੀ, ਜਾਂ ਦਫ਼ਤਰੀ ਕਾਗਜ਼ ਜੇ ਲਿਖਣੇ ਹੁੰਦੇ ਸੀ ਉਹ ਟਾਈਪ ਕਰਦਾ ਸੀ। ਤਾਂ ਉਹਦੀ ਟਿਕ ਟਿਕ ਦੀ ਆਵਾਜ਼ ਮੈਨੂੰ ਬੜੀ ਅੱਛੀ ਲੱਗਦੀ ਸੀ। ਹੁਣ ਅੱਜ ਜਦੋਂ ਮੈਂ ਡਿਜੀਟਲਾਈਜੇਸ਼ਨ ਦੀ ਗੱਲ ਕਰਨ ਲੱਗਾ ਤਾਂ ਮੈਨੂੰ ਬਾਊ ਦੌਲਤ ਰਾਮ ਦੀ ਟਾਈਪ ਦੀ ਉਹੀ ਟਿਕ ਟਿਕ ਸੁਣਾਈ ਦੇ ਰਹੀ ਹੈ, ਕਿਉਂਕਿ ਅਸਲ ਵਿੱਚ ਉਹ ਡਿਜੀਟਲਾਈਜੇਸ਼ਨ ਦਾ ਬੇਸ ਸੀ। ਕਿੱਥੋਂ ਡਿਜੀਟਲਾਈਜੇਸ਼ਨ ਸ਼ੁਰੂ ਹੋਈ, ਕਿੱਥੋਂ ਅਸੀਂ ਕਲਮਾਂ, ਦਵਾਤਾਂ, ਟਾਈਪਰਾਈਟਰਾਂ, ਕੰਪਿਊਟਰਾਂ, ਕਿੱਥੋਂ ਦੀ ਕਿੱਥੇ ਪਹੁੰਚ ਗਏ ਹਾਂ ਹੁਣ, ਅਤੇ ਯੁੱਗ ਡਿਜੀਟਲਾਈਜ਼ ਹੋ ਗਿਆ। ਇਸ ਲਈ ਉਸ ਬਾਊ ਦੌਲਤ ਰਾਮ ਨੂੰ ਯਾਦ ਕਰਦਿਆਂ ਮੈਂ ਡਿਜੀਟਲਾਈਜੇਸ਼ਨ ਦੀ ਗੱਲ ਨੂੰ ਅੱਗੇ ਤੋਰਦਾ। ਡਿਜੀਟਲ ਲਫ਼ਜ਼ ਪਹਿਲੀ ਵਾਰੀ ਮੈਂ ਫਿਲਮ ਇੰਸਟੀਚਿਊਟ ਪੂਨੇ ਵਿੱਚ ਸੁਣਿਆ। ਐਕਚੁਅਲੀ ਮੈਂ 1980 ਸੰਨ ਵਿੱਚ ਦੂਰਦਰਸ਼ਨ ਜਲੰਧਰ ਜੁਆਇਨ ਕੀਤਾ ਸੀ, ਅਤੇ ਉਹਨਾਂ ਨੇ ਸਾਨੂੰ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਪੂਨੇ ਟ੍ਰੇਨਿੰਗ ਲਈ ਭੇਜਿਆ। 6 ਮਹੀਨੇ ਮੈਂ ਉੱਥੇ ਫਿਲਮ ਇੰਸਟੀਚਿਊਟ 'ਚ ਟ੍ਰੇਨਿੰਗ ਕੀਤੀ। ਜਦੋਂ ਅਸੀਂ ਦੂਰਦਰਸ਼ਨ 'ਚ ਕੰਮ ਕਰਦੇ ਸੀ ਅਤੇ ਜੁਆਇਨ ਕੀਤਾ ਸੀ, ਉਸ ਵੇਲੇ ਬੜੇ ਬੜੇ ਕੈਮਰੇ ਹੁੰਦੇ ਸੀ, ਅਤੇ ਫਿਲਮ ਉਹਦੇ 'ਚ ਜਿਹੜੀ ਸਿਨੇਮਾ ਘਰਾਂ 'ਚ ਅਸੀਂ ਰੀਲਾਂ ਦੇਖਦੇ ਸੀ, ਉਹਨਾਂ ਰੀਲਾਂ 'ਤੇ ਫਿਲਮ ਜਾਂ ਪ੍ਰੋਗਰਾਮ ਤਿਆਰ ਹੁੰਦੇ ਸੀਗੇ। ਅਤੇ ਅਸੀਂ ਬੜੇ ਬੜੇ ਐਡੀਟਿੰਗ ਟੇਬਲ ਹੁੰਦੇ ਸੀ ਉੱਥੇ, ਉਹਨਾਂ ਦੇ ਉੱਤੇ ਸੈਪ ਮੈਗ, ਵੱਡੇ ਵੱਡੇ ਟੇਬਲਾਂ ਦੇ ਉੱਤੇ, ਐਡੀਟਿੰਗ ਟੇਬਲਾਂ 'ਤੇ ਕੱਟ ਕੱਟ ਕੇ ਕਰਕੇ ਫਿਲਮ ਨੂੰ ਜੋੜਨਾ, ਫਰੇਮ ਬਾਈ ਫਰੇਮ ਜੋੜਨਾ, ਫਿਰ ਉਹ ਫਿਲਮ ਚੱਲਦੀ ਹੁੰਦੀ ਸੀ। ਜਿਸ ਤਰ੍ਹਾਂ ਫਿਲਮਾਂ ਵਰਗੀ ਫਿਲਮ ਬਣਦੀ ਸੀ, ਇਸੇ ਤਰ੍ਹਾਂ ਟੀ ਵੀ ਦੀ ਫਿਲਮ 'ਤੇ ਕੰਮ ਹੁੰਦਾ ਸੀ। ਪਰ ਹੌਲੀ ਹੌਲੀ ਟੀ ਵੀ ਦੇ ਵਿੱਚ ਸਾਡੇ ਦੇਖਦਿਆਂ ਹੀ ਦੇਖਦਿਆਂ ਬਹੁਤ ਸਾਰੀਆਂ ਤਬਦੀਲੀਆਂ ਆਈਆਂ, ਅਤੇ ਅਸੀਂ ਜਦੋਂ ਫਿਲਮ 'ਤੇ ਕੰਮ ਕਰਦੇ ਸੀ, ਸਾਨੂੰ ਪਤਾ ਲੱਗਾ ਕਿ ਇੱਕ ਐਸੀ ਚੀਜ਼ ਆ ਗਈ ਹੈ ਜਿਹਦੇ ਵਿੱਚ ਫਿਲਮ ਨਹੀਂ ਹੈ। ਐਡੀਟਿੰਗ ਲਈ ਵੀ ਆਪਣੇ ਆਪ ਐਡੀਟਿੰਗ ਹੋਇਆ ਕਰੇਗੀ, ਤੁਸੀਂ ਸਿਰਫ ਵਿੱਚ ਟੇਪ ਪਾ ਦਿਓਗੇ ਅਤੇ ਸੁੱਚ ਨੱਪੋਗੇ, ਉਹ ਐਡਿਟ ਲੱਗੇਗਾ ਅਤੇ ਐਡੀਟਿੰਗ ਲੱਗ ਕੇ ਹੋ ਕੇ ਉਹ ਬਾਹਰ ਆ ਜਾਏਗਾ। ਅਤੇ ਮੈਂ ਜਦੋਂ ਫਿਲਮ ਇੰਸਟੀਚਿਊਟ ਗਿਆ ਪੂਨੇ, ਤਾਂ ਵਾਕਿਆ ਹੀ ਉਹ ਗੱਲ ਸੱਚੀ ਸੀ। ਉੱਥੇ ਅਸੀਂ ਪਹਿਲੀ ਵਾਰੀ ਦੇਖਿਆ ਕਿ ਫਿਲਮ ਦੀ ਥਾਂ ਇੱਕ ਟੇਪ ਆ ਗਈ ਸੀ, ਲੋ ਬੈਂਡ। ਉਹ ਲੋ ਬੈਂਡ ਟੇਪ 'ਤੇ ਰਿਕਾਰਡਿੰਗ ਹੁੰਦੀ ਸੀ ਅਤੇ ਐਡੀਟਿੰਗ ਵੀ ਉਹ 'ਤੇ ਹੁੰਦੀ ਸੀ। ਆਪਣੇ ਆਪ ਉਹ ਇਨ ਆਊਟ ਲੱਗਦਾ ਸੀ, ਔਰ ਉਹ ਅਸਲ ਵਿੱਚ ਉਹ ਡਿਜੀਟਲਾਈਜੇਸ਼ਨ ਦਾ ਆਧਾਰ ਸੀ। ਉਸ ਵੇਲੇ ਉਹ ਡਿਜੀਟਲਾਈਜ਼ ਸਿਸਟਮ ਚੱਲ ਪਿਆ। ਫਿਰ ਦੂਰਦਰਸ਼ਨ 'ਚ ਸਾਡੇ ਦੇਖਦਿਆਂ ਦੇਖਦਿਆਂ ਲੋ ਬੈਂਡ ਤੋਂ ਹਾਈ ਬੈਂਡ ਤੋਂ ਵੀ ਟੀ ਆਰ ਤੋਂ ਚਿੱਪ, ਕਾਰਡ, ਤਾਂ ਹੁਣ ਤਾਂ ਉਹ ਸਾਰਾ ਕੁਝ ਹੀ ਬਦਲ ਗਿਆ, ਡਿਜੀਟਲਾਈਜ਼ ਹੋ ਗਿਆ। ਹੁਣ ਤਾਂ ਫਿਲਮ ਵੀ ਜਿਹੜੀ ਆ ਰੀਲਾਂ 'ਤੇ ਬਣਦੀ ਸੀ, ਉਹ ਹੁਣ ਡਿਜੀਟਲਾਈਜ਼ ਮੋਡ 'ਤੇ ਬਣਨ ਲੱਗ ਗਈ ਹੈ। ਅਤੇ ਅਜੇ ਪਤਾ ਨਹੀਂ ਕੀ ਕੀ ਅਸੀਂ ਹੋਰ ਤਬਦੀਲੀਆਂ ਦੇਖਣੀਆਂ। ਇਸ ਲਈ ਇਹ ਜਿਹੜੀ ਯਾਤਰਾ ਹੈ ਡਿਜੀਟਲ ਯੁੱਗ ਦੀ ਯਾਤਰਾ, ਇਹ ਬੜੀ ਦਿਲਚਸਪ ਯਾਤਰਾ ਹੈ। ਦੂਰਦਰਸ਼ਨ 'ਚ ਨੌਕਰੀ ਕਰਦਿਆਂ ਹੀ ਇੱਕ ਬਹੁਤ ਸਾਰੀ, ਮੈਨੂੰ ਯਾਦ ਹੈ, ਵੱਡੀ ਕੋਈ ਮੀਟਿੰਗ ਕੀਤੀ ਪੰਜਾਬ ਸਰਕਾਰ ਨੇ। ਕੋਈ ਦਿਨ ਮਨਾਉਣਾ ਸੀ, ਸ਼ਾਇਦ ਪੰਜਾਬ ਡੇ ਸੀ, ਸ਼ਾਇਦ ਪ੍ਰਕਾਸ਼ ਪੁਰਬ ਸੀ, ਜਾਂ ਪੰਜਾਬ ਡੇ ਸੀ, ਆਈ ਡੋਂਟ ਰਿਮੈਂਬਰ ਐਗਜ਼ੈਕਟਲੀ। ਬਟ ਇੰਨਾ ਮੈਨੂੰ ਯਾਦ ਆ ਕਿ ਮੈਂ ਉਸ ਮੀਟਿੰਗ ਦੇ ਵਿੱਚ ਦੂਰਦਰਸ਼ਨ ਜਲੰਧਰ ਨੂੰ ਰਿਪ੍ਰਜੈਂਟ ਕਰਨ ਗਿਆ ਸੀ। ਤਾਂ ਉੱਥੇ ਵੱਖਰੇ ਵੱਖਰੇ ਮਹਿਕਮਿਆਂ ਦੇ ਜਿਹੜੇ ਚੁਣਿੰਦਾ ਬੰਦੇ ਉੱਥੇ ਮੀਟਿੰਗ 'ਚ ਬੁਲਾਏ ਸੀ। ਉਦੋਂ ਜਿਹੜੇ ਚੀਫ ਮਿਨਿਸਟਰ ਸੀ, ਉਹਨੇ ਹੈਡ ਕੀਤੀ ਉਹ ਮੀਟਿੰਗ। ਉਹਨਾਂ ਦੇ ਚੀਫ ਸੈਕਟਰੀ ਅਤੇ ਹੋਰ ਬੜੇ ਬੜੇ IAS ਆਫਿਸਰ ਬੈਠੇ ਸੀ।
ਉਹਨਾਂ ਨੇ ਸਭ ਨੂੰ ਪੁੱਛਿਆ ਕਿ ਕੀ ਕਰਨਾ ਚਾਹੀਦਾ ਇਸ ਦਿਵਸ ਨੂੰ ਮਨਾਉਣ ਲਈ। ਕਿਸੇ ਨੇ ਬਿਲਡਿੰਗ ਬਣਾਉਣ ਦਾ ਕਿਹਾ, ਕਿਸੇ ਨੇ ਉਹ ਵੱਡੇ ਵੱਡੇ ਗੇਟ ਬਣਾਉਣ ਦਾ ਕਿਹਾ। ਤਾਂ ਉਹਨਾਂ ਨੇ ਫਿਰ ਜਦ ਮੇਰੀ ਵਾਰੀ ਆਈ ਤਾਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਕੀ ਸੁਝਾਅ ਦਿੰਦੇ ਹੋ। ਤਾਂ ਮੈਂ ਕਿਹਾ ਜੀ ਦੇਖੋ, ਅਸੀਂ ਦਿਵਸ ਮਨਾਉਣ ਲਈ ਬੜੇ ਬੜੇ ਗੇਟ ਵੀ ਬਣਾਓ, ਬੜੀਆਂ ਬੜੀਆਂ ਇਮਾਰਤਾਂ ਵੀ ਬਣਾਓ, ਯਾਦਗਾਰਾਂ ਵੀ ਖੜ੍ਹੀਆਂ ਕਰੋ, ਪਹਿਲਾਂ ਵੀ ਬਥੇਰੇ ਗੇਟ ਹੈਗੇ ਆ। ਪਰ ਜੇ ਅਸੀਂ ਕੋਈ ਪੰਜਾਬੀ ਸੱਭਿਆਚਾਰ, ਪੰਜਾਬੀ ਕੌਮ ਜਾਂ ਪੰਜਾਬੀ ਯੂਥ ਇਹਦੇ ਲਈ ਕੋਈ ਜੇ ਅੱਛਾ ਕੰਮ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕੰਪਿਊਟਰ 'ਤੇ ਕੰਮ ਕਰਨਾ ਚਾਹੀਦਾ। ਉਸ ਵੇਲੇ ਕੰਪਿਊਟਰ ਅਜੇ ਨਵੇਂ ਨਵੇਂ ਚੱਲੇ ਸੀ ਕਿ ਸਾਨੂੰ ਕੰਪਿਊਟਰ ਦੇ ਯੁੱਗ 'ਚ ਕੰਪਿਊਟਰ ਬਾਰੇ ਨਹੀਂ ਪਤਾ। ਸਾਡੇ ਪੰਜਾਬੀ ਲੋਕਾਂ ਨੂੰ ਜੇ ਅਸੀਂ ਟੈਕਨਾਲੋਜੀ ਨਾਲ ਜੋੜੀਏ ਤਾਂ ਉਹ ਬਹੁਤ ਬੜਾ ਯੋਗਦਾਨ ਹੋਏਗਾ ਸਾਡੇ। ਉਸ ਵੇਲੇ ਮੇਰੀ ਇਸ ਸੁਜੈਸ਼ਨ 'ਤੇ ਸ਼ਾਇਦ ਕੋਈ ਚੀਫ ਸੈਕਟਰੀ, ਮੈਨੂੰ ਉਹਨਾਂ ਦਾ ਨਾਂ ਨਹੀਂ ਯਾਦ, ਉਹਨਾਂ ਨੂੰ ਉਹ ਗੱਲ ਅੱਛੀ ਲੱਗੀ ਅਤੇ ਉਹਨਾਂ ਨੇ ਉਹ ਨੋਟ ਵੀ ਕੀਤਾ। ਬਾਕੀ ਜਿੱਦਾਂ ਦੇ ਸਰਕਾਰਾਂ ਦੇ ਕੰਮ ਹੁੰਦੇ ਆ, ਕੁਛ ਗੱਲਾਂ ਲੱਗੀਆਂ ਠੀਕ, ਕੰਮ ਹੋਏ ਵੀ। ਸ਼ਾਇਦ ਉਦੋਂ ਹੀ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇੱਕ ਬਹੁਤ ਬੜਾ ਬਜਟ ਵੀ ਦਿੱਤਾ ਇਸ ਕੰਮ ਲਈ, ਜਿੱਥੇ ਹੁਣ ਕੰਮ ਕਾਫੀ ਹੋ ਵੀ ਰਿਹਾ ਡਿਜੀਟਲਾਈਜੇਸ਼ਨ ਦਾ। ਸੋ ਡਿਜੀਟਲਾਈਜੇਸ਼ਨ ਦੇ ਇਸ ਮੁੱਦੇ 'ਤੇ ਉਸ ਵੇਲੇ ਜੋ ਕੰਮ ਹੋਇਆ ਅਤੇ ਹੁਣ ਤੱਕ ਜੋ ਕੰਮ ਹੋ ਰਿਹਾ, ਅਸੀਂ ਬਹੁਤ ਕੰਮ ਕੀਤਾ ਹੈ, ਪਰ ਪੰਜਾਬੀਆਂ ਨੇ ਟੈਕਨਾਲੋਜੀ ਵਿੱਚ ਬਹੁਤ ਜ਼ਿਆਦਾ ਕੋਈ ਅੱਛਾ ਕੰਮ ਅਜੇ ਨਹੀਂ ਕੀਤਾ। ਅਸੀਂ ਬਹੁਤ ਸਾਰੇ ਅਜੇ ਹੋਰ ਕੰਮ ਕਰਨੇ ਨੇ। JM ਕੋਇਟਜ਼ੀ ਮੇਰੇ ਇੱਕ ਬਹੁਤ ਪਸੰਦ ਦਾ ਨੋਵਲਿਸਟ, ਪਸੰਦ ਦੇ ਲੇਖਕ ਨੇ। ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ। ਉਹਨਾਂ ਦਾ ਮੈਂ ਨਾਵਲ ਪੜ੍ਹਿਆ ਡਿਸਗ੍ਰੇਸ, ਬਹੁਤ ਹੀ ਅੱਛਾ ਨਾਵਲ ਲੱਗਾ ਮੈਨੂੰ। ਮੈਂ ਉਹਨਾਂ ਦੀਆਂ ਹੋਰ ਕਿਤਾਬਾਂ ਵੀ ਫਿਰ ਪੜ੍ਹੀਆਂ ਅਤੇ ਉਹ ਅੱਜ ਮੈਂ ਦੇਖਦਿਆਂ ਡਿਜੀਟਲਾਈਜੇਸ਼ਨ ਬਾਰੇ ਦੇਖਿਆ ਤਾਂ ਮੈਨੂੰ ਪਤਾ ਲੱਗਾ ਕਿ JM ਕੋਇਟਜ਼ੀ ਨੇ ਕਵਿਤਾ ਲਿਖਣ ਦਾ ਇੱਕ ਸੋਫਟਵੇਅਰ ਤਿਆਰ ਕੀਤਾ ਸੀ। ਬ੍ਰਿਟਿਸ਼ ਕੰਪਿਊਟਰ ਜਦੋਂ ਚੱਲੇ ਆ ਤਾਂ ਉਸ ਵੇਲੇ ਨਵੇਂ ਸ਼ਾਇਦ 60ਵਿਆਂ ਦੀ ਇਹ ਗੱਲ ਹੈ, ਤਾਂ ਉਸ ਵੇਲੇ ਉਹਨਾਂ ਨੇ ਇੱਕ ਕਵਿਤਾ ਦਾ ਸੋਫਟਵੇਅਰ ਤਿਆਰ ਕੀਤਾ। ਬੜੇ ਉੱਤੇ ਹੋਰ ਐਕਸਪੈਰੀਮੈਂਟ ਵੀ ਕੀਤੇ। ਸੋ ਜਿਹੜੇ ਐਡੇ ਵੱਡੇ ਕਵੀ ਨੇ, ਐਡੇ ਵੱਡੇ ਲੇਖਕ ਨੇ, ਉਹ ਵੱਖਰੀ ਵੱਖਰੀ ਕਿਸਮ ਦੇ ਤਜਰਬੇ ਵੀ ਕਰਦੇ ਨੇ ਅਤੇ ਸਾਡੇ ਲੇਖਕਾਂ ਨੂੰ ਵੀ ਸ਼ਾਇਦ ਇਹੋ ਜਿਹਾ ਮੱਸ ਰੱਖਣੇ ਪੈਣਗੇ ਜਾਂ ਚਾਹੀਦੇ ਨੇ। ਫਿਰ ਵੀ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਹਰ ਬੰਦਾ ਹਰ ਕੰਮ ਕਰੇ, ਲੇਕਿਨ ਡਿਜੀਟਲਾਈਜੇਸ਼ਨ ਦੇ ਯੁੱਗ 'ਚ ਸਾਨੂੰ ਇਸ ਪਾਸੇ ਜੁੜਨ ਦੀ ਲੋੜ ਆ, ਇਸ ਪਾਸੇ ਨੂੰ ਸਮਝਣ ਦੀ ਲੋੜ ਹੈ ਅਤੇ ਇਹ ਸਾਡਾ ਛੋਟਾ ਜਿਹਾ ਯਤਨ ਹੈ ਕਿ ਅਸੀਂ ਇਸ ਪਾਸੇ ਜੁੜ ਸਕੀਏ। ਇੱਕ ਗੱਲ ਹੋਰ ਹੈ ਕਿ ਸ਼ੁਰੂ ਤੋਂ ਹੀ ਅਸੀਂ ਸੁਣਦੇ ਹੀ ਆ ਰਹੇ ਹਾਂ ਕਿ ਕਵਿਤਾ ਦਾ ਯੁੱਗ ਖਤਮ ਹੋ ਗਿਆ, ਕਵਿਤਾ ਖਤਮ ਹੋ ਗਈ, ਹੁਣ ਕਵਿਤਾ ਨਹੀਂ ਰਹੀ। ਇਹ ਗੱਲ ਤੌਖਲੇ 'ਚ ਤਾਂ ਬਦਲਦੀ ਰਹੀ ਹੈ, ਪਰ ਕਵਿਤਾ ਸਟਰੋਂਗ ਰਹੀ ਹੈ ਹਮੇਸ਼ਾ ਤੋਂ ਹੀ। ਕਵਿਤਾ ਕਦੀ ਖਤਮ ਨਹੀਂ ਹੋਈ। ਇਹਦੇ ਯੁੱਗ ਬਦਲਦੇ ਨੇ, ਰੂਪ ਬਦਲਦੇ ਨੇ। ਕਵਿਤਾ ਹੁਣ ਡਿਜੀਟਲਾਈਜੇਸ਼ਨ ਦੇ ਯੁੱਗ 'ਚ ਹੋਰ ਵੀ ਪਰਪੱਕ ਰੂਪ 'ਚ ਸਾਹਮਣੇ ਆਏਗੀ। ਮੇਰਾ ਵੀ ਇਸ ਤਰ੍ਹਾਂ ਦਾ ਖਿਆਲ ਹੈ। ਇਹਦਾ ਕਾਰਨ ਸ਼ਾਇਦ ਸਿਰਫ ਇੱਕੋ ਹੀ ਹੈ ਕਿ ਕਵਿਤਾ ਜੀਵਨ ਹੈ। ਜੀਵਨ ਰੂਪ ਬਦਲ ਲੈਂਦਾ ਅਤੇ ਜੀਵਨ ਕਦੀ ਖਤਮ ਨਹੀਂ ਹੁੰਦਾ। ਇਸ ਲਈ ਕਵਿਤਾ ਸਾਨੂੰ ਹਮੇਸ਼ਾ ਆਸਵੰਦ ਬਣਾਉਂਦੀ ਹੈ ਅਤੇ ਡਿਜੀਟਲਾਈਜੇਸ਼ਨ ਦੇ ਯੁੱਗ 'ਚ ਕਵਿਤਾ ਹੋਰ ਮਜ਼ਬੂਤ ਤਰੀਕੇ ਨਾਲ ਨਵੇਂ ਦ੍ਰਿਸ਼ 'ਚ ਸਾਡੇ ਸਾਹਮਣੇ ਪੇਸ਼ ਹੋ ਰਹੀ ਹੈ ਅਤੇ ਹੋਏਗੀ। ਇਹਦੇ ਬਾਰੇ ਬਹੁਤ ਸਾਰੇ ਪ੍ਰਸ਼ਨ ਵੀ ਪੈਦਾ ਹੁੰਦੇ ਰਹਿਣਗੇ, ਪਰ ਜਵਾਬ ਵੀ ਉਹਨਾਂ ਪ੍ਰਸ਼ਨਾਂ 'ਚੋਂ ਆਪਣੇ ਆਪ ਨਿਕਲਦੇ ਆਉਣਗੇ। ਧੰਨਵਾਦ।